ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਧੰਨਤਾਯੋਗ ਹੈ ਜਿਨ੍ਹਾਂ ਨੇ ਇਤਨੀ ਜ਼ਿਆਦਾ ਸੇਵਾ ਕਰਕੇ ਸਾਰੀ ਤਿਆਰੀ ਦਾ ਬੰਦੋਬਸਤ ਕੀਤਾ ਹੈ। ਦੋ ਮਹਾਂਪੁਰਸ਼ ਦੀ ਯਾਦ ਵਿੱਚ ਇਤਨੀ ਸੇਵਾ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਉਹਨਾਂ ਦੇ ਪਿਆਰੇ ਮਹਾਂਪੁਰਸ਼ ਹੁੰਦੇ ਹਨ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਕਹਿੰਦੇ ਨੇ ਜਾਂ ਸਾਧੂ ਕਹਿੰਦੇ ਨੇ, ਬਾਕੀ ਨਹੀਂ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਧੂ ਕਹਿੰਦੇ ਨੇ, ਉਹ ਦੋ ਸਾਧੂ ਦੀ ਯਾਦ ਵਿੱਚ ਆਪ ਜੀ ਨੇ ਰਲ ਕੇ ਬਹੁਤ ਵੱਡੀ ਸੇਵਾ ਨਿਭਾਈ ਹੈ। ਪਿਛਲੇ ਸਾਲ ਵੀ ਆਪ ਜੀ ਨੇ ਐਵੇਂ ਹੀ ਸੇਵਾ ਨਿਭਾਈ ਸੀ। ਸਾਰੇ ਹੀ ਗੁਰਮੁਖ ਸੇਵਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਪਾਤਰ ਬਣੇ ਨੇ। ਹੁਣ ਐਤਕੀ ਦੋ ਸਾਧੂ ਮਹਾਂਪੁਰਸ਼ ਦੀ ਸੇਵਾ ਸਾਨੂੰ ਮਿਲੀ ਹੈ, ਆਪਾਂ ਸਾਰਿਆਂ ਨੂੰ। ਤੇ ਉਹ ਸੇਵਾ ਤੁਸੀਂ ਇੰਨੀ ਜ਼ਿਆਦਾ ਹਿੰਮਤ ਨਾਲ ਕੀਤੀ ਹੈ, ਜ਼ੋਰ ਲਾ ਕੇ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪਿਛਲੇ ਸਾਲ ਕੁਛ ਦਾਸ ਦੇ ਮਨ ਵਿੱਚ ਇੱਕ ਸੰਕਲਪ ਮਹਾਰਾਜ ਨੇ ਪੈਦਾ ਕੀਤਾ ਸੀ ਕਿ ਸਾਡੇ ਸਾਰੇ ਸਿੰਘਾਂ ਵਿੱਚ ਜਿੰਨੇ ਵੀ ਯੂਕੇ ਦੇ ਵਸਣ ਵਾਲੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕੁਛ ਏਕਤਾ ਬਖਸ਼ਿਸ਼ ਕਰ ਦੇਣ। ਉਹ ਤਾਂ ਉਹਨਾਂ ਦੇ ਹੱਥ 'ਚ ਹੀ ਹੈ ਨਾ। ਪ੍ਰਭ ਡੋਰੀ ਹਾਥ ਤੁਮਾਰੇ, ਜੀ ਜਨ ਤੇਰੇ ਧਾਰੇ। ਪਿਛਲੇ ਸਮੇਂ ਵੀ ਦਾਸ ਨੇ ਕੋਸ਼ਿਸ਼ ਕੀਤੀ ਸੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਿਆਰੇ ਸਿੱਖਾਂ ਵਿੱਚ ਏਕਤਾ ਦੀ ਬਖਸ਼ਿਸ਼ ਕਰ ਦਿਓ। ਪਰ ਇਸ ਵਾਰ ਕੁਛ ਪ੍ਰਤੀਤ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਬਰਸਾਈ ਹੈ ਤੇ ਸਾਰੇ ਗੁਰਸਿੱਖ ਪਿਆਰੇ ਆਪਸ ਵਿੱਚ ਕੁਛ ਪਿਆਰ ਦੇ ਸੰਬੰਧ ਵਿੱਚ ਨੇੜੇ ਹੋਏ ਨੇ। ਭਾਵਨਾ ਪੂਰੀ ਕਰਨ ਵਾਲੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆ। ਦਾਸ ਦੇ ਮਨ ਵਿੱਚ ਸੰਕਲਪ ਵੀ ਉਹਨਾਂ ਨੇ ਹੀ ਪੈਦਾ ਕੀਤਾ ਸੀ ਤੇ ਬੇਨਤੀ ਵੀ ਉਹਨਾਂ ਨੇ ਹੀ ਕਰਾਈ ਸੀ ਉਹਨਾਂ ਦੇ ਹੀ ਚਰਨਾਂ 'ਚ ਵੀ ਸੱਚੇ ਪਾਤਸ਼ਾਹ, ਜਿੰਨੇ ਅਸੀਂ ਤੇਰੇ ਸਿੱਖ ਇੱਥੇ ਰਹਿੰਦੇ ਹਾਂ, ਸਾਰਿਆਂ ਦੇ ਵਿੱਚ ਕਿਰਪਾ ਕਰੋ, ਏਕਤਾ ਤੇ ਪਿਆਰ ਬਖਸ਼ਿਸ਼ ਕਰ ਦਿਓ। ਐਤਕੀ ਮੈਨੂੰ ਕੁਛ ਪ੍ਰਤੀਤ ਹੋਇਆ ਜਿਵੇਂ ਸੱਚੇ ਪਾਤਸ਼ਾਹ ਨੇ ਆਪਣੀ ਕੁਛ ਫਰਿਆਦ ਸੁਣੀ ਹੁੰਦੀ ਹੈ, ਕੁਛ ਏਕਤਾ ਪ੍ਰਤੀਤ ਹੋਣੀ ਸ਼ੁਰੂ ਹੋ ਗਈ। ਅੱਜ ਕੱਲ੍ਹ ਸਾਰੇ ਹੀ ਗੁਰਮੁਖ ਪੜ੍ਹੇ ਲਿਖੇ ਹੋਏ ਹਨ ਤੇ ਪਤਾ ਨਹੀਂ ਕੁਛ ਪਰਮੇਸ਼ਰ ਦੀ ਰਜਾਈ ਐਸੀ ਹੋਣੀ ਹੈ, ਕੁਤਰਕ ਵਿਤਰਕ ਵਗੈਰਾ ਬਹੁਤ ਪੈਦਾ ਹੁੰਦੀਆਂ ਨੇ ਮਨਾਂ 'ਚ ਸਾਡੇ। ਤੇ ਇਹਨਾਂ ਦੁਆਰਾ ਸਾਡੇ ਮਨ 'ਤੇ ਥੋੜ੍ਹਾ ਬੁਰਾ ਅਸਰ ਪੈ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ, ਇਸੇ ਦਾ ਨਾਂ ਗੁਰੂ ਜੀ ਨੇ ਈਰਖਾ ਲਿਖਿਆ, ਜਿਸ ਦਾ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਹਿਰਦੇ ਵਿੱਚ ਤਾਤ ਤੱਤੇ ਨੂੰ ਕੰਨਾ, ਦੂਜੇ ਤੱਤੇ ਨੂੰ ਸਿਹਾਰੀ। ਈਰਖਾ ਵਸੇਗੀ ਉਹਦਾ ਕਦੇ ਭਲਾ ਹੋ ਹੀ ਨਹੀਂ ਸਕਦਾ। ਉਹ ਜੋ ਮਰਜ਼ੀ ਕਰ ਲੇ, ਜੋ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ ਉਹਨੂੰ ਤਾਂ ਕੋਈ ਮੋੜ ਨਹੀਂ ਸਕਦਾ।
ਇਸ ਕਰਕੇ ਪਿਛਲੇ ਸਾਲ ਤੋਂ ਵੀ ਦਾਸ ਨੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਸਾਰੇ ਸਿੱਖਾਂ ਦਾ ਆਪਸ ਵਿੱਚ ਪਿਆਰ ਵਧਾ ਦਿਓ, ਕਿਰਪਾ ਕਰੋ। ਇਹ ਤੁਸੀਂ ਹੀ ਕਰ ਸਕਦੇ ਹੋ। ਐਤਕੀ ਕਾਫੀ ਕੁਛ ਪਿਆਰ ਵਧਿਆ ਲੱਗਦਾ, ਮੈਨੂੰ ਪ੍ਰਤੀਤ ਹੁੰਦਾ ਆਪਸ ਵਿੱਚ ਸਾਰਿਆਂ ਦਾ। ਆਪਾਂ ਸਾਰੇ ਸਿੱਖ ਭਰਾ ਹੀ ਹਾਂ ਜਿੰਨੇ ਇਕੱਠੇ ਹੋਏ ਹਾਂ। ਪਿਆਰ 'ਚ ਸਾਰੇ ਸੁਖ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆਈ। ਗੁਰੂ ਪਾਤਸ਼ਾਹ ਦੇ ਪਰਮ ਪਿਆਰੇ ਮਹਾਂਪੁਰਸ਼ ਰਾੜੇ ਸਾਹਿਬ ਵਾਲਿਆਂ ਦੀ ਪਿਛਲੇ ਸਾਲ ਆਪਾਂ ਬਰਸੀ ਮਨਾਈ ਸੀ, ਅਤੇ ਉਹਨਾਂ 'ਚ ਸਮਰੱਥਾ ਹੈ ਈਰਖਾ ਤੋਂ ਰਹਿਤ ਕਰ ਦੇਣ ਦੀ। ਨਹੀਂ, ਈਰਖਾ ਤਾਂ ਬਹੁਤ ਬੁਰੀ ਬਲਾ ਹੁੰਦੀ ਹੈ। ਇਹ ਤਾਤ ਜਿਹੜੀ ਈਰਖਾ ਹੈ ਉਦੋਂ ਵਿਸਰਦੀ ਹੈ ਜਬ ਤੇ ਸਾਧ ਸੰਗਤ ਮੋਹ ਪਾਈ, ਕਿਸੇ ਸਾਧੂ ਦੀ ਸੰਗਤ ਮਿਲ ਜਾਏ। ਫਿਰ ਕੀ ਹੁੰਦਾ? ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਸਾਰਿਆਂ ਦੇ ਨਾਲ ਪਿਆਰ ਪੈ ਜਾਂਦਾ ਹੈ। ਅਸੀਂ ਜੱਫੀਆਂ ਪਾ ਕੇ ਮਿਲਣ ਲੱਗ ਜਾਂਦੇ ਹਾਂ ਆਪਸ ਵਿੱਚ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਆਪਾਂ ਸਾਰਿਆਂ ਵੱਲੋਂ ਅਰਦਾਸ ਕਰਦੇ ਹਾਂ, ਹੇ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰੋ। ਸਾਡੀ ਜਿਹੜੀ ਤਾਤ ਹੈ ਉਹ ਵਿਸਰ ਜਾਏ ਅਤੇ ਸਾਨੂੰ ਜੀਵਨ ਦੀ ਸੱਚ ਦੀ ਸੋਝੀ ਪੈ ਜਾਏ। ਅਤੇ ਜੇ ਸਾਡੇ ਪਾਸ ਆਪ ਜੀ ਦੇ ਉਪਦੇਸ਼ ਦੀ ਸੋਝੀ ਪੈ ਜਾਏ, ਸਿੱਖੀ ਸਿੱਖਿਆ ਗੁਰ ਵਿਚਾਰ, ਅਸੀਂ ਗੁਰੂ ਦੇ ਵਿਚਾਰਾਂ ਨੂੰ ਸਿੱਖ ਲਈਏ, ਫਿਰ ਸਾਡਾ ਇਸੀ ਜਨਮ ਵਿੱਚ ਭਲਾ ਹੋ ਸਕਦਾ ਹੈ। ਸਾਡਾ ਭਲਾ ਕਰਨ ਵਾਲੇ ਆਪ ਹੀ ਹੋ। ਜੇ ਸਾਡੇ ਸਾਰਿਆਂ 'ਤੇ ਕਿਰਪਾ ਕਰੋਗੇ, ਸਾਡੇ ਮਨ ਵਿੱਚੋਂ ਇਹ ਨਿਕਲ ਜਾਏਗੀ। ਅਤੇ ਕੁਛ ਕੁ ਗੱਲਾਂ ਹੋਰ ਵੀ ਹੈ ਜਿਹਦੇ ਵਿੱਚ ਕੁਤਰਕ ਵਗੈਰਾ ਪੈਦਾ ਹੁੰਦੀ ਹੈ ਸਾਡੇ ਮਨ ਵਿੱਚ। ਉਹ ਆਪਾਂ ਗੁਰੂ ਮਹਾਰਾਜ 'ਤੇ ਪੁੱਛ ਲੈਂਦੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਜਗ੍ਹਾ ਹੁਕਮ ਹੈ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ। ਟੁੱਟੀ ਹੋਈ ਝੁੰਪੜੀ ਵਿੱਚ ਵਸਦਾ ਹੋਵੇ ਭਾਵੇਂ ਕੋਈ, ਚੀਰ ਸਭ ਛਿੰਨਾ, ਉਸਦੇ ਜਿਹੜੇ ਵਸਤਰ ਆ ਉਹ ਵੀ ਸਾਰੇ ਪਾਟੇ ਹੋਏ ਹੋਣ ਭਾਵੇਂ। ਗੁਰੂ ਮਹਾਰਾਜ ਨੇ ਇਹ ਸ਼ਬਦ 'ਚ ਕਿੱਦਾਂ ਦੀ ਆਪਾਂ ਨੂੰ ਸਿਕਸ਼ਾ ਬਖਸ਼ੀ ਹੈ। ਇਹ ਸਿਕਸ਼ਾ 'ਤੇ ਚੱਲਣ ਦਾ ਬਖਸ਼ਿਸ਼ ਵੀ ਗੁਰੂ ਨਾਨਕ ਮਹਾਰਾਜ ਜੀ ਕਰ ਸਕਦੇ ਹਨ। ਆਪਾਂ ਉਹਨਾਂ ਦੇ ਚਰਨਾਂ 'ਚ ਸਾਰੀ ਸੰਗਤ ਅਰਦਾਸ ਕਰੀਏ। ਭਾਵੇਂ ਉਸਦੇ ਸਾਰੇ ਵਸਤਰ ਵੀ ਪਾਟੇ ਹੋਣ ਅਤੇ ਟੁੱਟੀ ਹੋਈ ਝੌਂਪੜੀ ਵਿੱਚ ਵੀ ਕੋਈ ਰਹਿੰਦਾ ਹੋਵੇ। ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ। ਉਹਦੀ ਕੋਈ ਜਾਤੀ ਵੀ ਚੰਗੀ ਨਾ ਹੋਵੇ, ਉਹਦੀ ਕੋਈ ਪਾਂਤੀ ਗੋਤ ਵਗੈਰਾ ਕਹਿ ਦਿਓ, ਉਹ ਵੀ ਨਾ ਚੰਗੀ ਹੋਵੇ। ਕਿਸੇ ਪਾਸੇ ਵੀ ਉਹਨੂੰ ਆਦਰ ਨਾ ਮਿਲਦਾ ਹੋਵੇ, ਸਭ ਪਾਸੇ ਉਹਨੂੰ ਨਫ਼ਰਤ ਹੀ ਨਫ਼ਰਤ ਮਿਲਦੀ ਹੋਵੇ। ਉਦਿਆਨ ਭਰਮਿੰਨਾ, ਉਹਨੂੰ ਕੋਈ ਸ਼ਹਿਰ 'ਚ ਅਤੇ ਪਿੰਡ ਵਿੱਚ ਵੜਨ ਵੀ ਨਾ ਦਿੰਦਾ ਹੋਵੇ ਭਾਵੇਂ। ਗੁਰੂ ਪਾਤਸ਼ਾਹ ਆਪਾਂ ਨੂੰ ਸਿਕਸ਼ਾ ਦਿੰਦੇ ਨੇ, ਕਿਰਪਾ ਕਰਨ ਆਪਣੇ ਮਨ ਵਿੱਚ ਵਸ ਜੇ ਆਹ ਗੱਲ। ਇਸ ਕਰਕੇ ਬੇਨਤੀ ਕੀਤੀ ਹੈ। ਉਹ ਗੁਰਮੁਖ ਉਦਿਆਨ ਵਿੱਚ ਭਰਮ ਦਾ ਜੰਗਲ ਵਿੱਚ, ਉਹਨੂੰ ਕੋਈ ਸ਼ਹਿਰ ਵਿੱਚ ਕੋਈ ਪਿੰਡ ਵਿੱਚ ਵੜਨ ਨਹੀਂ ਦਿੰਦਾ ਬਈ ਉਹ ਭਿਕਸ਼ਾ ਲੈ ਕੇ ਕੁਛ ਖਾ ਪੀ ਲਵੇ। ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਉਹਦਾ ਕੋਈ ਦੁਨੀਆ 'ਚ ਦੋਸਤ ਵੀ ਨਾ ਹੋਵੇ ਅਤੇ ਉਹਦਾ ਕੋਈ ਪਿਆਰਾ ਵੀ ਨਾ ਹੋਵੇ, ਪਰ ਉਹਦੇ ਕੋਲ ਕੋਈ ਧਨ ਵੀ ਨਾ ਹੋਵੇ, ਕੱਪੜੇ ਪਾਟੇ ਹੋਏ, ਛੱਪੜੀ ਟੁੱਟੀ ਹੋਈ ਦੇ ਵਿੱਚ ਵਸਦਾ ਹੋਵੇ, ਅਤੇ ਉਹਦੀ ਸ਼ਕਲ ਸੂਰਤ ਵੀ ਸੋਹਣੀ ਨਾ ਹੋਵੇ।
ਮਿੱਤਰ ਨਾ ਇਠ ਧਨ ਰੂਪਹੀਣ। ਉਹ ਰੂਪ ਤੋਂ ਵੀ ਹੀਣਾ ਹੋਵੇ, ਉਹਦੀ ਸ਼ਕਲ ਦੇਖ ਕੇ ਵੀ ਆਦਮੀ ਨੂੰ ਹੋਰ ਨੂੰ ਲੱਗਦਾ ਹੋਵੇ। ਕਿਛ ਸਾਕ ਨਾ ਸਿੰਨਾ। ਉਹਦਾ ਕੋਈ ਸਾਕ ਸੰਬੰਧੀ ਵੀ ਨਾ ਹੋਵੇ ਜਿਹੜਾ ਉਹਦੇ ਨਾਲ ਥੋੜ੍ਹੀ ਬਹੁਤੀ ਕੋਈ ਗੱਲ ਕਰ ਸਕਦਾ ਹੋਵੇ। ਹਰ ਇੱਕ ਦੇਖ ਕੇ ਉਹਦੀ ਸ਼ਕਲ ਨੂੰ ਨਫ਼ਰਤ ਕਰਦਾ ਹੋਵੇ, ਇੱਦਾਂ ਦਾ ਕੋਈ ਆਦਮੀ ਹੋਵੇ। ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਇਹਦੇ ਦੁਆਰਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਹਦਾ ਹਿਰਦੇ ਵਿੱਚ ਨਾਮ ਨਾਲ ਉਹਦਾ ਮਨ ਭਿੱਜ ਜਾਵੇ ਤਾਂ ਸਾਰੀ ਦੁਨੀਆ ਦਾ ਬਾਦਸ਼ਾਹ, ਕਿਸੇ ਸਮੇਂ ਅੰਗਰੇਜ਼ ਹੋਏ ਸੀ, ਉਹ ਵੀ ਉਹਦੇ ਸਾਹਮਣੇ ਤੁੱਛ ਹੈ। ਉਹ ਸਾਰੇ ਸੰਸਾਰ ਦਾ, ਸਾਰੀ ਦੁਨੀਆ ਦਾ ਬਾਦਸ਼ਾਹ ਹੈ। ਗੁਰੂ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੀ ਨਿਗਾਹ ਵਿੱਚ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਸਦੀ ਜੇ ਕਿਤੇ ਧੂੜੀ ਮਿਲ ਜਾਏ ਐਸੇ ਪੁਰਸ਼ ਦੀ, ਉਹ ਅਸੀਂ ਮੱਥੇ ਨੂੰ ਲਾ ਲਈਏ, ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉਧਾਰ ਹੋ ਜਾਂਦਾ ਸਾਡਾ। ਜੇ ਉਹਦੀ ਧੂੜੀ ਮਿਲ ਜੇ ਅਸੀਂ ਮੱਥੇ ਨੂੰ ਲਾ ਲਈਏ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਵਾਹਿਗੁਰੂ ਪ੍ਰਸੰਨ ਹੋ ਜਾਂਦਾ। ਕਈ ਸਤਿਪੁਰਸ਼ਾਂ ਨੂੰ ਆਪਾਂ ਮਹਾਰਾਜ ਕਹਿ ਕੇ ਬੁਲਾਉਂਦੇ ਹਾਂ। ਜਿਵੇਂ ਰਾੜੇ ਸਾਹਿਬ ਵਾਲੇ ਸਤਿਪੁਰਸ਼ ਹੈ, ਉਹਨਾਂ ਨੂੰ ਸਾਰੇ ਹੀ ਸੰਤ ਮਹਾਰਾਜ ਜਾਂ ਮਹਾਰਾਜ ਕਹਿ ਕੇ ਬੁਲਾਉਂਦੇ ਨੇ। ਪਰ ਅੱਜ ਕੱਲ੍ਹ ਮਨ ਨਾਮ ਜਪਣ ਵਾਲੇ ਤਾਂ ਕੋਈ ਵਿਰਲੇ ਹੁੰਦੇ ਨੇ। ਟੀਕਾ ਟਿੱਪਣੀ ਕਰਨ ਵਾਲੇ ਗੁਰਮੁਖ ਤਾਂ ਬਹੁਤ ਜ਼ਿਆਦਾ ਹੁੰਦੇ ਨੇ। ਆਪਾਂ ਗੁਰੂ ਮਹਾਰਾਜ ਤੋਂ ਇਹ ਬਚਨ ਸਮਝ ਲੈਂਦੇ ਹਾਂ। ਫਿਰ ਤੁਸੀਂ ਸਾਰੇ ਸਿਆਣੇ ਹੋ, ਆਪੇ ਵਿਚਾਰ ਕਰ ਲਿਓ। ਗੁਰੂ ਪਾਤਸ਼ਾਹ ਮਹਾਰਾਜ ਦੇ ਤਾਂ ਬਚਨ ਆਪਾਂ ਸੁਣਿਆ, ਭਾਵੇਂ ਇੱਦਾਂ ਦਾ ਵੀ ਹੋਵੇ ਕੋਈ, ਉਹਦਾ ਵੀ ਜੇ ਮਨ ਜੁੜ ਜੇ ਤੇ ਫਿਰ ਉਹਦੀ ਧੂੜੀ ਮਿਲ ਜੇ, ਸਾਡਾ ਉਧਾਰ ਹੋ ਜਾਂਦਾ। ਆਪਾਂ ਛੋਟੇ ਛੋਟੇ ਰਾਜੇ, ਜਿਹੜੇ ਪੰਜਾਬ 'ਚ ਕਿੰਨੇ ਰਾਜੇ ਹੋਏ ਨੇ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਫਰੀਦਕੋਟ, ਮਹਾਰਾਜਾ ਉਹ ਜਿਨ੍ਹਾਂ ਨੇ ਸੂਰਜ ਪ੍ਰਤਾਪ ਲਿਖਾਇਆ ਸੀ, ਭਾਈ ਸੰਤੋਖ ਸਿੰਘ ਸਾਹਿਬ ਜੀ ਤੋਂ। ਕਿੱਥੇ ਦੇ ਰਾਜੇ ਸੀ ਪਹਿਲਾਂ? ਉਹ ਕੈਂਥਲ ਦੇ। ਅਤੇ ਇਹਨਾਂ ਸਾਰਿਆਂ ਨੂੰ ਪੁਸਤਕਾਂ ਦੇ ਵਿੱਚ ਵੀ ਆਪਾਂ ਮਹਾਰਾਜਾ ਲਿਖਦੇ ਹਾਂ। ਅਤੇ ਮਹਾਰਾਜਾ ਰਣਜੀਤ ਸਿੰਘ, ਅਤੇ ਆਪਾਂ ਬੋਲਣ 'ਚ ਵੀ ਮਹਾਰਾਜਾ ਕਹਿ ਕੇ ਬੁਲਾਉਂਦੇ ਹਾਂ। ਕੋਈ ਆਪਾਂ ਬਿਨਾਂ ਮਹਾਰਾਜੇ 'ਤੇ ਕਹਿ ਸਕਦੇ ਹਾਂ। ਰਾਜਾ ਰਣਜੀਤ ਸਿੰਘ ਕਹੀ ਨਹੀਂ ਹੁੰਦਾ ਆਪਣੇ ਅੰਦਰੋਂ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਾਂ। ਜਿੰਨੇ ਰਾਜੇ ਹੈ, ਭਾਵੇਂ ਦੁਨਿਆਵੀ ਰਾਜੇ ਹੈ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਤਾਂ ਕੁਛ ਗੁਰੂ ਦਾ ਪਰਮ ਅਨੰਨ ਭਗਤ ਕਹਿ ਸਕਦੇ ਹਾਂ, ਜਿਹੜੇ ਮੰਨ ਲੈਣਗੇ ਗੁਰਮੁਖ। ਮਹਿੰਗੀ ਤੋਂ ਮਹਿੰਗੀ ਚੀਜ਼ ਗੁਰੂ ਦੇ ਚਰਨਾਂ 'ਚ ਭੇਟਾ ਕਰਦਾ ਸੀ ਉਹ। ਕੋਹਨੂਰ ਹੀਰਾ ਉਸਨੇ ਲਿਆ ਸੀ, ਜਿਹਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਲੁੱਟ ਕੇ ਲੈ ਕੇ ਗਿਆ ਸੀ ਦਿੱਲੀ ਤੋਂ, ਅਤੇ ਉਹ ਮਹਾਰਾਜੇ ਨੇ ਉਹ 'ਤੇ ਲੈ ਲਿਆ ਸੀ। ਅਤੇ ਜਿਸ ਦਿਨ ਹਜੂਰ ਮਹਾਰਾਜੇ ਦਾ ਬਰਥਡੇ ਸੀ, ਉਸ ਦਿਨ ਇੱਕ ਸੋਨੇ ਦੀ ਚੇਨ ਦੇ ਵਿੱਚ ਉਹਨੂੰ ਮੜਾ ਕੇ ਡੌਲੇ ਨਾਲ ਬੰਨ੍ਹਣ ਵਾਸਤੇ ਤਿਆਰ ਕਰਕੇ ਰੱਖਿਆ ਸੀ। ਇੱਕ ਚਾਨਣੀ ਭੇਟਾ ਕੀਤੀ ਸੀ। ਕਿੱਥੇ ਦਾ ਸੀ ਉਹ? ਆਪਣਾ ਜਿੱਥੇ ਆਪਾਂ ਦਿੱਲੀ ਤੋਂ ਜਾ ਕੇ ਉਤਰਦੇ ਹੁੰਦੇ ਹਾਂ, ਹੈਦਰਾਬਾਦ ਦਾ ਨਿਜ਼ਾਮ। ਉਸ ਸਮੇਂ ਉਹ ਸਾਰੇ ਸੰਸਾਰ ਤੋਂ ਰਿਚ ਆਦਮੀ ਸੀ। ਉਹਨੇ, ਮੈਂ ਵੀ ਦੇਖਿਆ, 40 ਸਾਲ ਦੀ ਗੱਲ ਹੋਣੀ ਹੈ, 40 ਤੋਂ ਸ਼ਾਇਦ 1-2 ਸਾਲ ਉੱਤੇ, ਉਹਨੇ ਇੱਕ ਕਾਰ ਖਰੀਦੀ ਸੀ, ਰੋਲਸ ਰॉय। ਉਹ ਸਾਰੀ ਸੋਨੇ ਦੀ ਸੀ। ਉਹਦੇ ਅੰਦਰ ਕੁਛ ਚਾਂਦੀ ਲੱਗੀ ਸੀ ਅਤੇ ਸਾਰਾ ਕੁਛ ਬੁਲਟ ਪ੍ਰੂਫ ਸੀ। ਲੰਡਨ ਸ਼ਹਿਰ ਵਿੱਚ ਉਹਨੂੰ ਫੇਰਿਆ ਗਿਆ ਸੀ। ਤੁਸੀਂ ਬਹੁਤ ਸਾਰਿਆਂ ਨੇ ਸੁਣਿਆ ਹੋਣਾ।
BBC ਲੰਡਨ ਵਾਲੇ ਉਹਦੇ ਵਾਸਤੇ ਦੱਸ ਰਹੇ ਸੀ ਕਿ ਸੰਸਾਰ ਦਾ ਸਭ ਤੋਂ ਵੱਧ ਅਮੀਰ ਆਦਮੀ ਹੈ ਜਿਹਨੇ ਇੰਨੀ ਮਹਿੰਗੀ ਕਾਰ ਅੱਜ ਤੱਕ ਕਿਸੇ ਨੇ ਖਰੀਦੀ ਨਹੀਂ, ਇਹਨੇ ਖਰੀਦੀ ਆ। ਆਪਾਂ ਰਾਜੇ ਮਹਾਰਾਜੇ ਉਸ ਨੂੰ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਦੱਸਦੇ ਨੇ ਤੁਸੀਂ ਉਹਨਾਂ ਨੂੰ ਰਾਜੇ ਮਹਾਰਾਜੇ ਕਹਿ ਕੇ ਬੁਲਾ ਲੈਂਦੇ ਹੋ, ਅਤੇ ਮੇਰੇ ਪਿਆਰਿਆਂ ਨੂੰ ਮਹਾਰਾਜਾ ਕਹਿ ਕੇ ਬੁਲਾਇਆ ਕਰੋ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਸ ਨੂੰ ਸਿਫਤ ਸਲਾਹ ਬਖਸ਼ ਦਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੁੰਦਾ ਹੈ, ਸਾਰੀ ਦੁਨੀਆ ਦਾ ਬਾਦਸ਼ਾਹ ਨਾਲੋਂ ਵੀ ਉਹ ਵੱਡਾ ਹੁੰਦਾ ਹੈ। ਅਤੇ ਮੇਰੇ ਸਿੱਖ ਨੂੰ ਤੁਸੀਂ ਮਹਾਰਾਜਾ ਕਹਿ ਕੇ ਬੁਲਾਇਆ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਕਮ ਦਿੰਦੇ ਨੇ ਸਾਨੂੰ। ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਵੀ ਭਾਵੇਂ ਬਾਣੀ 'ਚ ਹੋਰ ਜਗ੍ਹਾ ਵੀ ਬਹੁਤ ਜਗ੍ਹਾ ਦਰਜ ਇਹ ਸ਼ਬਦ ਮਿਲਦੇ ਨੇ ਇੱਦਾਂ ਦੇ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਸੁਣ ਕੇ ਅਤੇ ਵਿਚਾਰ ਕੇ ਫਿਰ ਵੀ ਆਪਾਂ ਇਹਦੇ 'ਤੇ ਕਿੰਤੂ ਪ੍ਰੰਤੂ ਕਰੀਏ, ਫਿਰ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣਦੇ ਨੇ ਅਸੀਂ ਕਿਹੋ ਜਿਹੇ ਆਦਮੀ ਹਾਂ, ਕਿੱਦਾਂ ਦੇ ਹਾਂ। ਕੁਛ ਕਹਿ ਨਹੀਂ ਸਕਦੇ, ਕਿਸੇ ਨੂੰ ਕੁਛ ਕਿਹਾ ਨਹੀਂ ਜਾ ਸਕਦਾ। ਇਉਂ ਰਾੜੇ ਸਾਹਿਬ ਵਾਲੇ ਸਤਿਪੁਰਸ਼ਾਂ ਦਾ ਆਪਾਂ ਜਿਨ੍ਹਾਂ ਨੂੰ ਮਹਾਰਾਜ ਕਹਿ ਕੇ ਸਾਰਾ ਉਹ ਇਲਾਕਾ ਵੀ ਸਾਰਾ ਇੱਦਾਂ ਹੀ ਬੁਲਾਉਂਦਾ ਹੈ। ਅਤੇ ਹੁਣ ਵੀ ਆਪਾਂ ਸੰਤ ਮਹਾਰਾਜ ਬਾਬਾ ਈਸਰ ਸਿੰਘ ਸਾਹਿਬ ਜੀ ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਅਤੇ ਸੰਤ ਮਹਾਰਾਜ ਬਾਬਾ ਕਰਤਾਰ ਸਿੰਘ ਜੀ ਟਕਸਾਲ ਵਾਲੇ ਸਤਿਪੁਰਸ਼, ਉਹਨਾਂ ਦੋਨਾਂ ਦਾ ਜੋੜ ਮੇਲਾ ਮਨਾ ਰਹੇ ਹਾਂ। ਅਤੇ ਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਦੱਸਦੇ ਨੇ ਵੀ ਮੇਰੇ ਪਿਆਰਿਆਂ ਨੂੰ ਮਹਾਰਾਜ ਕਹਿ ਕੇ ਬੁਲਾਓ। ਆਪਣੀ ਮੱਤ ਉੱਚੀ ਹੈ ਕਿ ਗੁਰੂ ਨਾਨਕ ਮਹਾਰਾਜ ਦੀ ਮੱਤ ਉੱਚੀ ਹੈ? ਇਹ ਹੁਣ ਆਪਾਂ ਆਪਣੇ ਮਨ 'ਚ ਹੀ ਸੋਚ ਲਓ, ਕੁਛ ਕਿਹਾ ਤਾਂ ਜਾ ਨਹੀਂ ਸਕਦਾ ਇਹਦੇ ਵਾਸਤੇ। ਮੇਰੀ ਗੱਲ ਨਾ ਪੈ ਜਾਓ, ਮੈਂ ਤਾਂ ਵੀਲ ਚੇਅਰ 'ਚ ਹੀ ਤੁਰ ਜਾਨਾ, ਪਤਾ ਨਹੀਂ ਗੁਰਮੁਖਾਂ ਦਾ ਕਿਸੇ ਗੱਲ 'ਤੇ ਗੁੱਸੇ ਹੋ ਜਾਓ। ਪਰ ਮੇਰੀ ਇਹ ਭਾਵਨਾ ਹੈ, ਮੈਂ ਅਰਦਾਸ ਕਰਦਾ, ਹੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ 'ਤੇ ਕਿਰਪਾ ਕਰੋ। ਜਿੰਨੇ ਕੁ ਜੂਕੇ 'ਚ ਸਿੰਘ ਹੈ, ਸਾਡੇ 'ਚ ਪਿਆਰ ਪੈਦਾ ਹੋ ਜਾਏ ਅਤੇ ਅਸੀਂ ਸਾਰੇ ਪਰਸਪਰ ਪਿਆਰ ਕਰਨ ਲੱਗ ਜਾਈਏ ਦੂਜੇ ਨੂੰ ਦੂਜਾ। ਸਾਡੇ 'ਚ ਦੁਐਤ ਜਿਹੜੀ ਹੈ ਦੂਜਾ ਆਪਣੋਂ ਮਿਟ ਜਾਵੇ। ਜੋ ਦੀਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੈ ਪਾਏ ਜੀਓ। ਜੋ ਵੀ ਗੁਰੂ ਦਾ ਸਿੱਖ ਮਿਲ ਜਾਏ ਕਿਤੇ, ਸਾਡਾ ਜੀਅ ਕਰੇ ਉਹਨੂੰ ਉਹਦੇ ਪਿਆਰ ਨਾਲ ਉਹਦੇ ਚਰਨਾਂ 'ਤੇ ਮੱਥਾ ਟੇਕੀਏ। ਇੰਨਾ ਪਿਆਰ ਵਧਾ ਦਿਓ ਕਿਰਪਾ ਕਰਕੇ ਸਾਡਾ ਆਪਸ ਵਿੱਚ। ਮੇਰੇ ਮਨ 'ਚ ਇੱਦਾਂ ਅਰਦਾਸ ਉੱਠਦੀ ਹੈ, ਜੇ ਤੁਸੀਂ ਸਾਰੇ ਹੀ ਕਿਰਪਾ ਕਰਕੇ ਇਹੀ ਅਰਦਾਸ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਕਰਦੇ ਹੋ ਤਾਂ ਗੁਰੂ ਨਾਨਕ ਮਹਾਰਾਜ ਦਾ ਸਮਰੱਥ ਹੈ, ਉਹ ਤਾਂ ਸਭ ਕੁਛ ਹੀ ਕਰ ਸਕਦੇ ਨੇ। ਕਿੰਨੀ ਖੁਸ਼ੀ ਮਿਲ ਜਾਏ। ਅੱਜ ਆਪਾਂ ਥੋੜ੍ਹੇ ਜਿਹੇ ਬਚਨ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲਿਆਂ ਵਾਸਤੇ ਕਰ ਲੈਂਦੇ ਹਾਂ। ਕੱਲ੍ਹ ਨੂੰ ਠੀਕ ਹੈ, ਕੱਲ੍ਹ ਨੂੰ ਸੰਤ ਮਹਾਰਾਜ ਸੰਤ ਬਾਬਾ ਕਰਤਾਰ ਸਿੰਘ ਜੀ ਟਕਸਾਲ ਵਾਲੇ ਮਹਾਂਪੁਰਸ਼ਾਂ ਵਾਸਤੇ ਬਚਨ ਕਰਾਂਗੇ ਕੁਛ ਕੁ। ਇਹਨਾਂ ਦਾ ਅਵਤਾਰ 5 ਅਗਸਤ 1905 ਈਸਵੀ ਨੂੰ ਆਲੋਵਾਲ ਨਗਰ ਵਿੱਚ ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਨੂੰ ਰਾਮ ਰੂਪ ਹੀ ਕਹਿੰਦੇ ਸਨ, ਸਾਰਿਆਂ ਨਾਲ ਪਿਆਰ ਕਰਦੇ ਸਨ, ਉਹਨਾਂ ਦੇ ਘਰੋਂ ਬੀਬੀ ਰਤਨ ਕੌਰ ਜੀ, ਉਹਨਾਂ ਦੇ ਪੇਟ ਤੋਂ ਇਹਨਾਂ ਦਾ ਜਨਮ ਹੋਇਆ ਸੀ 5 ਅਗਸਤ 1905 ਈਸਵੀ ਨੂੰ। ਅਤੇ ਇਸੀ ਮਹੀਨੇ ਵਿੱਚ 26 ਅਗਸਤ ਨੂੰ ਆਪ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਭੇਦ ਹੋ ਗਏ ਸਨ। ਇਸੀ ਮਹੀਨੇ ਵਿੱਚ ਇਹਨਾਂ ਦਾ ਨਾਨਕਾ ਨਗਰ ਹੈ ਨਿਰਮਾਣਾ।
ਪਟਿਆਲੇ ਨਾਭੇ ਦੇ ਵਿਚਾਲੇ ਦੁਬਲਾਨ ਸਟੇਸ਼ਨ ਤੋਂ 4 ਮੀਲ ਦੇ ਫਾਸਲੇ 'ਤੇ ਆ, ਜਿਹਨੂੰ ਨਿਰਮਾਣਾ ਪਿੰਡ ਕਹਿੰਦੇ ਨੇ। ਨਿਰਮਾਣੇ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਹ ਗੱਲ ਦਾ ਪਤਾ ਹੈ। ਇੱਕ ਸਾਧੂ ਆਇਆ 6.5 ਫੁੱਟ ਦਾ, ਉਹਦੇ ਗਲ ਵਿੱਚ ਖੱਦਰ ਦਾ ਚੋਲਾ, ਅੱਗੇ ਖੱਦਰ ਬਹੁਤ ਮੋਟਾ ਹੁੰਦਾ ਸੀ ਗਿੱਟਿਆਂ ਤੱਕ, ਅਤੇ ਸਿਰ 'ਤੇ ਖੱਦਰ ਦਾ ਹੀ ਇੱਕ ਵੱਡਾ ਸਾਰਾ ਪਟਕਾ ਬੰਨਿਆ ਹੋਇਆ, ਅਤੇ ਹੱਥ ਵਿੱਚ ਚਿੱਪੀ ਪਕੜੀ ਹੋਈ। ਸਾਰੇ ਪਿੰਡ ਵਿੱਚ ਫਿਰਿਆ, ਕਿਸੇ ਦੇ ਘਰੋਂ ਭਿਕਸ਼ਾ ਨਾ ਲਈ ਉਸਨੇ। ਅਤੇ ਸੰਤ ਮਹਾਰਾਜ ਜੀ ਦੇ ਨਾਨਕਾ ਨਗਰ ਵਿੱਚ ਉਸ ਘਰ ਦੇ ਮੂਹਰੇ ਜਾ ਕੇ ਖੜਾ ਹੋ ਗਿਆ, ਜੋ ਬਾਬਾ ਪ੍ਰਤਾਪ ਸਿੰਘ ਜੀ ਦਾ ਘਰ ਸੀ। ਇਸਨੇ ਉੱਚੀ ਦੇਣੇ ਕਿਹਾ, ਸਤ ਕਰਤਾਰ। ਸਾਧੂ ਮੰਗਦੇ ਨਹੀਂ ਹੁੰਦੇ ਕੁਛ, ਕਿਸੇ ਢੰਗ ਨਾਲ ਵਾਹਿਗੁਰੂ ਦਾ ਨਾਮ ਲੈ ਲੈਂਦੇ। ਫਿਰ ਉਹਨਾਂ ਦੇ ਅਸੂਲ ਹੁੰਦੇ ਨੇ, 5 ਜਾਂ 10 ਮਿੰਟ ਘਰ ਖੜ੍ਹਨਾ, ਜੇ ਕੁਛ ਮਿਲ ਗਿਆ ਠੀਕ ਹੈ, ਨਹੀਂ ਤਾਂ ਫਿਰ ਆਪਣੇ ਆਸ਼ਰਮ 'ਚ ਬਾਹਰ ਜੰਗਲਾਂ 'ਚ ਚਲੇ ਜਾਣਾ, ਨਾਮ ਜਪੀ ਜਾਣਾ ਕਿ ਅੱਜ ਵਾਹਿਗੁਰੂ ਨੇ ਕਰਮਾਂ 'ਚ ਕੁਛ ਲਿਖਿਆ ਨਹੀਂ ਹੈ। ਦੋਸ਼ ਨਹੀਂ ਸੀ ਦਿੰਦੇ ਵਾਹਿਗੁਰੂ ਨੂੰ, ਪਰ ਇਸਨੇ ਕਿਹਾ ਸਤ ਕਰਤਾਰ ਉੱਚੀ ਆਵਾਜ਼ ਵਿੱਚ। ਦਰਾਂ ਵਿੱਚ ਮਹਿਤਾਬ ਕੌਰ ਜੀ ਬਾਬਾ ਪ੍ਰਤਾਪ ਸਿੰਘ ਜੀ ਦੇ ਘਰ ਵਾਲੇ ਖੜ੍ਹੇ ਹੋਏ ਸਨ। ਉਹਨਾਂ ਨੇ ਆਵਾਜ਼ ਮਾਰੀ, ਰਤਨੀ। ਉਹਦੀ ਉਮਰ ਉਦੋਂ 11-12 ਸਾਲ ਦੀ ਸੀ, ਜਿਹਦੇ ਪੇਟ ਤੋਂ ਇਹਨਾਂ ਨੇ ਪ੍ਰਗਟ ਹੋਣਾ ਸੀ। ਪਰ ਉਹ ਵੱਡੀ ਕਰਨੀ ਵਾਲਾ ਸਾਧੂ ਸੀ, ਅੰਤਰਜਾਮੀ ਸੀ, ਉਹਨੂੰ ਪਤਾ ਸੀ। ਉਹ ਥਾਲ 'ਚ ਪ੍ਰਸ਼ਾਦਾ ਲੈ ਕੇ ਆ ਮਹਾਂਪੁਰਸ਼ ਆਏ ਨੂੰ। ਪ੍ਰਸ਼ਾਦਾ ਥਾਲ ਵਿੱਚ, ਕੌਲੀਆਂ ਵਿੱਚ ਦਾਲਾਂ ਸਬਜ਼ੀਆਂ ਸਭ ਕੁਛ ਪਾ ਕੇ ਚਿੱਟੇ ਸਾਫ਼ ਬਸਤਰ ਨਾਲ ਢੱਕ ਕੇ ਲਿਆਈ। ਉਹ ਕਹਿਣ ਲੱਗੇ, ਬੇਟਾ ਜੀ ਇੱਦਾਂ ਨਹੀਂ, 2 ਪ੍ਰਸ਼ਾਦੇ ਮੇਰੇ ਹੱਥ 'ਤੇ ਰੱਖ ਦਿਓ, ਮੈਂ ਬਸ ਬਰਤਨਾਂ 'ਚ ਨਹੀਂ ਛਕਦਾ, ਅਤੇ ਆਹ ਦਾਲ ਦੇ 2 ਚਮਚੇ ਪਾ ਦਿਓ। ਇੱਕ ਦਾਲ ਨੂੰ ਦੱਸਿਆ ਵੀ ਆਹ ਇੱਕ ਦਾਲ ਦੇ, ਕਿਸੇ ਦਾਲ ਦੇ ਪਾ ਦਿਓ। ਉਹਦੇ ਨਾਲ ਆਪ ਜੀ ਨੇ ਖੜ੍ਹੇ ਖੜ੍ਹੇ ਹੀ ਪ੍ਰਸ਼ਾਦਾ ਛਕ ਲਿਆ। ਬੀਬੀ ਰਤਨੀ ਛੋਟੀ ਸੀ ਬਹੁਤ, ਇਸ ਕਰਕੇ ਘਰ ਦੇ ਰਤਨੀ ਕਹਿ ਕੇ ਬੁਲਾ ਲੈਂਦੇ ਸਨ। ਪਾਣੀ ਗਲਾਸ 'ਚ ਪਾ ਕੇ ਲੈ ਕੇ ਆਏ, ਸਤਿਕਾਰ ਨਾਲ ਢੱਕ ਕੇ। ਉਹ ਮਹਾਂਪੁਰਸ਼ ਕਹਿਣ ਲੱਗੇ, ਬੇਟੀ ਇੱਦਾਂ ਨਹੀਂ, ਮੈਂ ਬਰਤਨਾਂ 'ਚ ਨਹੀਂ ਪਾਣੀ ਪੀਂਦਾ, ਮੈਂ ਓਕ 'ਚ ਪੀਊਂਗਾ। ਮੈਂ ਹੱਥ ਕਰ ਦੇਣਾ, ਤੂੰ ਮੇਰੇ ਹੱਥ 'ਚ ਪਾਣੀ ਪਾ ਦਿਆ। ਮੂੰਹ ਨੂੰ ਹੱਥ ਲਾ ਲਿਆ ਉਹਨੇ, ਪਾਣੀ ਛਕ ਲਿਆ। ਫਿਰ ਉਹਨੇ ਲੰਬਾ ਪੈ ਕੇ ਬੀਬੀ ਰਤਨੀ ਜਿਹੜੀ 11-12 ਸਾਲ ਦੀ ਸੀ, ਉਸ ਨੂੰ ਮੱਥਾ ਟੇਕਿਆ। ਉਸਦੀ ਮਾਤਾ ਮਹਿਤਾਬ ਕੌਰ ਗੁੱਸੇ 'ਚ ਆ ਗਈ, ਮਹਾਰਾਜ ਇਹ ਕੀ ਕੀਤਾ, ਸਾਨੂੰ ਪਾਪੀ ਬਣਾ ਦਿੱਤਾ ਤੁਸੀਂ। ਇਹ ਮੇਰੀ ਛੋਟੀ ਜਿਹੀ ਬੇਟੀ ਨੂੰ ਮੱਥਾ ਟੇਕਿਆ, ਉਹ ਵੀ ਦੰਡਵਤ ਪ੍ਰਣਾਮ ਕੀਤੀ, ਅਤੇ ਇੰਨਾ ਪਾਪ ਅਸੀਂ ਕਿਵੇਂ ਝੱਲਾਂਗੇ? ਤੁਸੀਂ ਪੂਰਨ ਸਾਧੂ ਹੋ, ਤੁਸੀਂ ਇਹ ਕੀ ਪਾਪ ਚੜ੍ਹਾਤਾ ਸਾਡੇ ਜੁਮੇ? ਉਹ ਕਹਿਣ ਲੱਗਿਆ, ਨਹੀਂ ਮਾਂ, ਮੈਂ ਆਪਣੇ ਪਾਪ ਲਾਹੇ ਨਾ, ਇਹਦੇ ਪੇਟੋਂ ਪੂਰਨ ਬ੍ਰਹਮ ਗਿਆਨੀ ਨੇ ਪੈਦਾ ਹੋਣਾ, ਜਿਹਨੇ ਬੇਅੰਤ ਸੰਗਤ ਦਾ ਉਧਾਰ ਕਰਨਾ ਹੈ। ਇਸ ਕਰਕੇ ਇਹਦਾ ਸਰੀਰ ਹੁਣੇ ਹੀ ਇੰਨਾ ਪਵਿੱਤਰ ਹੋ ਗਿਆ, ਮੈਂ ਲੰਬਾ ਪੈ ਕੇ ਇਸ ਨੂੰ ਮੱਥਾ ਟੇਕਿਆ, ਮੇਰੇ ਵੀ ਪਾਪ ਨਸ਼ਟ ਹੋ ਗਏ, ਇਸ ਕਰਕੇ ਮੱਥਾ ਟੇਕਿਆ, ਉੱਦਾਂ ਨਹੀਂ ਮੈਂ ਟੇਕਿਆ। ਇਹਦੇ ਪੇਟੋਂ ਪੂਰਨ ਬ੍ਰਹਮ ਗਿਆਨੀ ਪ੍ਰਗਟ ਹੋਏਗਾ। ਹੈਰਾਨ ਹੋ ਗਏ ਮਾਤਾ ਪਿਤਾ ਬਾਬਾ ਪ੍ਰਤਾਪ ਸਿੰਘ ਜੀ ਅਤੇ ਇਹਨਾਂ ਬੀਬੀ ਮਹਿਤਾਬ ਕੌਰ ਜੀ। ਭਾਈ ਕਮਾਲ ਹੋ ਗਈ, ਕਿਤਨਾ ਮਹਾਂਪੁਰਸ਼ਾਂ ਨੇ ਪਹਿਲਾਂ ਦੱਸਤਾ, ਤ੍ਰਿਕਾਲਦਰਸ਼ੀ ਹੁੰਦੇ ਨੇ ਸਾਧੂ ਬੰਦਗੀ ਵਾਲੇ। ਫਿਰ ਇਵੇਂ ਹੀ ਹੋਇਆ, ਇਹਨਾਂ ਦੇ ਘਰ ਵਿੱਚ ਭਾਵੇਂ 4 ਭਰਾ ਸੀ, ਇਹਨਾਂ ਤੇ ਵੱਡੇ ਵੀ ਸੀ, ਕੁਛ ਛੋਟੇ ਵੀ ਸੀ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਪ੍ਰਗਟ ਹੋਏ,
ਉसी ਸਾਲ ਵਿੱਚ ਤੜਕੇ ਉੱਠਦੇ ਸੀ 2 ਵਜੇ, ਇਸ਼ਨਾਨ ਕਰਦੇ ਸੀ ਦੋਨੋਂ ਹੀ, ਨਾਮ ਜਪਣ ਵਾਲੇ ਸੀ ਸਾਰਾ ਪਰਿਵਾਰ। ਤੜਕੇ 2 ਵਜੇ ਕਿਸੇ ਨੇ ਇਹਨਾਂ ਦਾ ਡੋਰ ਖੜਕਾਇਆ ਇੱਕ ਵਾਰ। ਬਾਬਾ ਪ੍ਰਤਾਪ ਸਿੰਘ ਹੁਣਾਂ ਨੇ ਡੋਰ ਖੋਲ੍ਹ ਦਿੱਤਾ, ਦੇਖਿਆ ਤਾਂ ਇੱਕ ਸਾਧੂ ਸੀ, ਉਹਦੇ ਹੱਥ ਵਿੱਚ ਫੁੱਲ ਪਕੜਿਆ ਹੋਇਆ ਸੀ ਗੁਲਾਬ ਦਾ, ਬਹੁਤ ਹੀ ਫਰੈਸ਼ ਫੁੱਲ, ਅਤੀ ਸੁੰਦਰ। ਉਹਨਾਂ ਨੇ ਕਿਹਾ, ਪ੍ਰਤਾਪ ਸਿੰਘ, ਆਹ ਗੁਲਾਬ ਦਾ ਫੁੱਲ ਲੈ ਲਓ, ਇਹਨੂੰ ਕਿਸੇ ਉੱਚੇ ਥਾਂ ਰੱਖ ਕੇ ਇਹਦੀ ਪੂਜਾ ਕਰਿਓ, ਇਹਨੂੰ ਫੁੱਲ ਨਾ ਸਮਝੀ, ਇਹਨੇ ਤਾਂ ਸਾਰੇ ਸੰਸਾਰ ਨੂੰ ਮਹਿਕਾ ਦੇਣਾ। ਉਹ ਪ੍ਰਗਟ ਹੋਊ ਤੁਹਾਡੇ ਘਰ ਵਿੱਚ। ਜਦੋਂ ਇਹ ਬੀਬੀ ਰਤਨ ਕੌਰ ਦਾ ਵਿਆਹ ਆਲੋਆਲ ਹੋ ਗਿਆ, ਉਦੋਂ ਦੀ ਗੱਲ ਹੈ। ਇਹਨੂੰ ਉੱਚੇ ਥਾਂ ਰੱਖੋ, ਇਹਨੂੰ ਧੂਫ ਬੱਤੀ ਕਰਿਆ ਕਰੋ, ਤੁਹਾਡੇ ਘਰ ਵਿੱਚ ਪ੍ਰਗਟ ਹੋਏਗਾ ਸਾਹਿਬਜ਼ਾਦਾ, ਉਹਦਾ ਨਾਂ ਗੁਲਾਬ ਸਿੰਘ ਰੱਖ ਦਿਓ। ਆਮ ਗੁਲਾਬ 'ਚ ਤਾਂ ਥੋੜ੍ਹੀ ਦੂਰ ਤੱਕ ਸੁਗੰਧੀ ਆਉਂਦੀ ਹੈ, ਇਹਨੇ ਤਾਂ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਦੀ ਸੁਗੰਧੀ ਸਾਰੇ ਸੰਸਾਰ ਵਿੱਚ ਫੈਲਾ ਦੇਣੀ ਹੈ। ਇਉਂ ਕਹਿ ਕੇ ਉਹ ਸਾਧੂ ਚਲੇ ਗਏ। ਇੱਦਾਂ ਬਚਪਨ ਵਿੱਚ ਹੀ ਇੱਦਾਂ ਦੀਆਂ ਕਿਤਨੀਆਂ ਕੁਛ ਗੁਰੂ ਨਾਨਕ ਸਾਹਿਬ ਮਹਾਰਾਜ ਗੱਲਾਂ, ਅਚਰਜ ਗੱਲਾਂ ਸੰਸਾਰ ਨੂੰ ਦੱਸ ਦਿੰਦੇ ਨੇ। ਜੇ ਦੱਸਣ ਵਾਲਾ ਹੋਵੇ, ਦੱਸਣਾ ਚਾਹੁਣ, ਉਹਨਾਂ ਦੀ ਆਪਣੀ ਮਰਜ਼ੀ ਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਹੋ ਜਿਹੇ ਮਹਾਂਪੁਰਸ਼ ਜਿਹਨੂੰ ਗੁਰੂ ਗ੍ਰੰਥ ਸਾਹਿਬ ਸੰਤ ਕਹਿੰਦੇ ਹਨ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਜਾਂ ਸਾਧ ਕਹਿੰਦੇ ਨੇ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਉਹੇ ਜਿਹੇ ਸਾਧਾਂ ਦੀ ਗੱਲ। ਇਹ ਉਹੇ ਜਿਹੇ ਸੰਤ ਹੈ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਗੁਰੂ ਪਾਤਸ਼ਾਹ ਨੇ ਇਹਨਾਂ ਲਈ ਕਿੰਨਾ ਕੁਛ ਦੱਸਿਆ। ਜਦੋਂ ਸੰਤ ਬਾਬਾ ਕਰਤਾਰ ਸਿੰਘ ਜਥੇ 'ਚ ਆਏ 26 ਸਾਲ ਦੀ ਉਮਰ ਵਿੱਚ, ਪਹਿਲਾਂ 8 ਸਾਲ ਇਹਨਾਂ ਨੇ ਪਟਵਾਰ ਦਾ ਕੰਮ ਵੀ ਕੀਤਾ। ਪੜ੍ਹੇ ਲਿਖੇ ਸੀ, 13 ਪੜ੍ਹੇ ਸੀ ਜਮਾਤਾਂ, 13 ਜਮਾਤਾਂ ਪੜ੍ਹ ਕੇ ਫਿਰ ਪਟਵਾਰੀ ਲੱਗ ਗਏ। 8 ਸਾਲ ਇਹਨਾਂ ਨੇ ਹੱਕ ਸੱਚ ਦੀ ਕਿਰਤ ਕੀਤੀ, ਪਟਵਾਰੀ ਬਣੇ ਲੱਗੇ। ਉਦੋਂ ਬਾਅਦ ਹਜ਼ੂਰ ਸਾਹਿਬ ਜਾਣ ਵਾਸਤੇ ਇਹਨਾਂ ਨੂੰ ਮਿਲੇ ਬਾਬਾ ਉਜਾਗਰ ਸਿੰਘ ਭਗਤ ਜੀ। ਫਿਰ ਇਹਨਾਂ ਨੇ ਅਸਤੀਫਾ ਦੇ ਕੇ ਉਹਨਾਂ ਦੇ ਨਾਲ ਗਏ, ਬਹੁਤ ਗੁਰੂ ਘਰਾਂ ਦੇ ਦਰਸ਼ਨ ਕੀਤੇ, ਅਤੇ ਉਹਨਾਂ ਨੇ ਲਿਆ ਕੇ ਇਹਨਾਂ ਨੂੰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਜਥੇ ਵਿੱਚ ਦਾਖਲ ਕਰਾਤਾ। ਦਾਖਲ ਕਰਾਇਆ, ਇਹਨਾਂ ਦਾ ਮੰਜਾ ਸੰਤਾਂ ਨੇ ਸੰਤ ਬਾਬਾ ਠਾਕਰ ਸਿੰਘ ਜੀ ਦੇ ਕਮਰੇ 'ਚ ਢਹਾ ਦਿੱਤਾ। ਕਿਹਾ ਕਿ ਤੁਹਾਡੇ ਨਾਲ ਰਹਿਣਗੇ ਕਰਤਾਰ ਸਿੰਘ ਹੋਣੀ। ਉਹ ਕਹਿੰਦੇ, ਸਤਿਵਚਨ ਮਹਾਰਾਜ, ਸੰਤ ਠਾਕਰ ਸਿੰਘ ਹੋਣਾ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਕਿੱਡੀ ਕਰਨੀ ਵਾਲੇ ਸਾਧੂ ਹੋਏ ਸੀ। ਇਹਨਾਂ ਦਾ ਪਿਆਰ ਵੱਧ ਗਿਆ। ਜਦ ਇਹਨਾਂ ਦਾ ਪਿਆਰ ਵੱਧ ਗਿਆ, ਫਿਰ ਆਪਣੀ ਜਵਾਨੀ ਕਹਿੰਦੇ ਹੁੰਦੇ ਸੀ ਸੰਤ ਕਰਤਾਰ ਸਿੰਘ, ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਹਿ ਵੇਚਿਓ। ਇਹ ਸਾਰੰਗ ਰੰਗ ਦਾ ਸ਼ਬਦ ਹੈ, 5ਵੇਂ ਪਾਤਸ਼ਾਹ ਮਹਾਰਾਜ ਜੀ ਦਾ। ਇਹ ਆਪ ਮੁਹਾਰੇ ਉਹਨਾਂ ਦੇ ਮੂੰਹ 'ਚੋਂ ਨਿਕਲਦਾ ਹੁੰਦਾ ਸੀ। ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਹਿ ਵੇਚਿਓ। ਕਿੰਨਾ ਪਿਆਰ ਹੋ ਆਪਣੇ ਮਹਾਂਪੁਰਸ਼ਾਂ ਨਾਲ ਜਿਨ੍ਹਾਂ 'ਤੇ ਵਿੱਦਿਆ ਪੜ੍ਹਦੇ ਸੀ। ਸੁਤੇ ਸਿੱਧੇ ਇਹਨਾਂ ਦੇ ਅੰਦਰੋਂ ਇਹ ਆਵਾਜ਼ ਆਉਂਦੀ ਰਹਿੰਦੀ ਸੀ। ਇਉਂ ਆਪਾਂ ਸਤਿਪੁਰਸ਼ਾਂ ਦੀਆਂ ਬਚਨ ਯਾਦ ਕਰਨ ਲੱਗੇ ਹਾਂ। ਬਹੁਤ ਸਾਰੇ ਬਚਨ ਆਪਾਂ 2-3 ਦਿਨ ਹੁਣ ਯਾਦ ਕਰਾਂਗੇ, ਅਤੇ ਹੋਰ ਜੇ ਆਪਾਂ ਕੋਈ ਲੰਬਾ ਬਚਨ ਛੇੜ ਲਈਏ ਫਿਰ ਵੀ ਠੀਕ ਨਹੀਂ। ਬਹੁਤ ਸਾਰੇ ਸਾਧੂ ਮਹਾਂਪੁਰਸ਼ ਆਏ ਹੋਏ ਆ, ਆਪਾਂ ਉਹਨਾਂ ਪਾਸੋਂ ਵੀ ਕੀਰਤਨ ਦਾ ਲਾਹਾ ਖੱਟਣਾ ਹੈ, ਬਚਨ ਸੁਣਨੇ ਨੇ। ਇਤਨੀਆਂ ਬੇਨਤੀਆਂ ਕਰਕੇ ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ। ਸਾਰੇ ਤੁਸੀਂ ਵੀ ਅਰਦਾਸ ਕਰੋ ਬਈ ਯੂਕੇ ਦੇ ਜਿੰਨੇ ਸਿੰਘ ਹੈ ਆਪਸ ਵਿੱਚ ਪਰਸ ਪਿਆਰ ਵੱਧ ਜਾਏ, ਗੁਰੂ ਨਾਨਕ ਮਹਾਰਾਜ ਪਿਆਰ ਬਖਸ਼ਿਸ਼ ਕਰ ਦੇਣ। ਅਤੇ ਮੈਂ ਵੀ ਪਿਛਲੇ ਸਾਲ ਤੋਂ ਅਰਦਾਸ ਕਰਦਾ
ਇਤਨੀਆਂ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।